ਤੇ ਜਿਵੇਂ ਕਿ ਤੁਸੀਂ ਜਾਣਦੇ ਹੋ, ਭਗਵੰਤ ਮਾਨ ਸਰਕਾਰ ਜੋ ਵੱਡੇ ਵੱਡੇ ਵਾਅਦਿਆਂ ਦੇ ਨਾਲ ਆਪਣੇ ਕਾਰਜ ਕਹਿੰਦੇ ਨੇ ਕਿ ਅਸੀਂ ਕਰ ਰਹੇ ਹਾਂ, ਆਹ ਕਰ ਰਹੇ ਹਾਂ, ਉਹ ਕਰ ਰਹੇ ਹਾਂ, ਪਰ ਲੋਕਾਂ ਦੇ ਵਿੱਚ ਇਹ ਨਿਰਾਸ਼ਾ ਹੈ ਕਿ ਸਾਨੂੰ ਕੋਈ ਕੰਮ ਬਣਦਾ ਦਿਖ ਨਹੀਂ ਰਿਹਾ। ਅਤੇ ਲੋਕ ਬੜੇ ਹੀ, ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਸ਼ਹਿਰਾਂ ਦੇ ਵਿੱਚ ਬਰਸਾਤ ਦੇ ਪਾਣੀ ਦੀ ਹੈ, ਜੋ ਨਿਕਾਸੀਆਂ ਨਗਰ ਕੌਂਸਲ ਵੱਲੋਂ ਨਹੀਂ ਬਣਾਈਆਂ ਗਈਆਂ। ਅਤੇ ਉਸ ਤੋਂ ਵੱਡਾ ਸਭ ਤੋਂ ਜਿਹੜਾ ਮੁੱਦਾ ਹੈ ਅੱਜ ਕੱਲ੍ਹ, ਜੋ ਮੇਨ ਜੋ ਕਰਮਚਾਰੀ, ਜੋ ਸਫਾਈ ਕਰਮਚਾਰੀ ਹੈ, ਆਪਣੇ ਰੈਗੂਲਰ ਕਰਮਚਾਰੀ ਹੈ ਅਤੇ ਕੰਟਰੈਕਟ ਬੇਸ ਵਾਲੇ ਕਰਮਚਾਰੀ ਹਨ, ਉਹਨਾਂ ਨੂੰ ਤਨਖਾਹਾਂ ਦਾ ਜਿਹੜਾ ਮੁੱਦਾ ਉਹ ਬਹੁਤ ਹੀ ਮਹੱਤਵਪੂਰਨ ਮੁੱਦਾ ਹੈ। ਕਿਉਂਕਿ ਸਾਡੇ ਨਾਲ ਇਸ ਟਾਈਮ ਬੈਠੇ ਨੇ ਸਾਬਕਾ ਕਰਮਚਾਰੀ ਯੂਨੀਅਨ ਪ੍ਰਧਾਨ ਪ੍ਰਦੀਪ ਜੀ। ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ ਪ੍ਰਦੀਪ ਜੀ, ਨਮਸਕਾਰ ਜੀ। ਪ੍ਰਦੀਪ ਜੀ, ਜਿਹੜਾ ਤੁਸੀਂ ਅੱਜ ਮੰਗ ਪੱਤਰ ਦਿੱਤਾ ਹੈ ਈਓ ਸਾਹਿਬ ਨੂੰ ਅਤੇ MLA ਸਾਹਿਬ ਨੂੰ, ਆਪਣੇ ਕੈਬਨਿਟ ਮੰਤਰੀ ਨੂੰ, ਅਤੇ ਇਹ ਕੀ ਮੁੱਦਾ ਹੈ, ਕਿੱਦਾਂ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਸਰ, ਇਹ ਮੁੱਦਾ ਨੀਅਰ ਅਬਾਊਟ 1.5-2 ਸਾਲ ਪੁਰਾਣਾ ਹੈ। ਸਰਕਾਰ ਵੱਲੋਂ ਇੱਕ ਪੱਤਰ ਜਾਰੀ ਹੋਇਆ ਤਾਂ ਜਿਹੜੇ ਆਊਟਸੋਰਸਿੰਗ ਕਰਮਚਾਰੀ ਹੈ ਔਰ ਜਿਹੜੇ ਕੰਟਰੈਕਟ ਕਰਮਚਾਰੀ ਹੈ, ਇਹਨਾਂ ਦੀ ਤਨਖਾਹ ਸਕੇਲ ਡੇਲੀ ਕਲੈਕਟਰ ਰੇਟ ਜਿਹੜੇ ਵਧਾਏ ਗਏ ਸੀ, ਜਿਨ੍ਹਾਂ ਸੰਬੰਧੀ ਸਰਕਾਰ ਵੱਲੋਂ ਪੱਤਰ ਵੀ ਜਾਰੀ ਕੀਤਾ ਗਿਆ ਸੀ। ਉਹ ਪੱਤਰ ਸਾਨੂੰ ਨਹੀਂ ਪਤਾ ਵੀ ਨਗਰ ਕੌਂਸਲ ਨੇ ਕਿਉਂ ਨਹੀਂ ਲਾਗੂ ਕੀਤਾ, ਖਰੜ ਨਗਰ ਕੌਂਸਲ ਨੇ। ਅੱਜ ਅਸੀਂ ਉਸੀ ਸੰਬੰਧ ਦੇ ਵਿੱਚ ਦੇਖਿਆ, ਜਦੋਂ ਕਿ ਕਰਮਚਾਰੀਆਂ ਦਾ ਬੜਾ ਸ਼ੋਸ਼ਣ ਹੋ ਰਿਹਾ ਹੈ, ਉਹਨਾਂ ਨੂੰ ਕਾਫੀ ਤਨਖਾਹ ਜਿਹੜੀ ਹੈਗੀ ਹੈ 700-800 ਰੁਪਏ ਦੇ ਕਰੀਬ ਘੱਟ ਮਿਲ ਰਹੀ ਹੈ। ਅਸੀਂ ਕੁਝ ਕਮੇਟੀਆਂ ਦੇ ਵਿੱਚ ਰਾਬਤਾ ਕਾਇਮ ਕੀਤਾ ਤਾਂ ਉੱਥੇ ਜਾ ਕੇ ਦੇਖਿਆ ਕਿ ਉਹ ਤਕਰੀਬਨ ਬਹੁਤ ਕਮੇਟੀਆਂ ਦੇ ਵਿੱਚ ਉਹ ਜਿਹੜਾ ਪੱਤਰ ਹੈ ਉਹ ਜਾਰੀ ਹੋ ਚੁੱਕਿਆ, ਲਾਗੂ ਹੋ ਚੁੱਕਿਆ ਹੈ, ਔਰ ਉਹ ਕਰਮਚਾਰੀਆਂ ਨੂੰ ਵਧੀ ਹੋਈ ਤਨਖਾਹ ਮਿਲ ਰਹੀ ਹੈ। ਇਸ ਸੰਬੰਧ 'ਚ ਬਹੁਤ ਸਾਰੇ ਕਰਮਚਾਰੀ ਜਿਹੜੇ ਹੈਗੇ ਆ, ਉਹ ਸਾਡੇ ਨਾਲ ਉਹਨਾਂ ਨੇ ਸੰਪਰਕ ਕੀਤਾ ਕਿ ਸਾਨੂੰ ਇਹ ਤਨਖਾਹ ਨਹੀਂ ਮਿਲ ਰਹੀ। ਉਸੀ ਸੰਬੰਧ ਦੇ ਵਿੱਚ ਅਸੀਂ ਇੱਕ ਪੱਤਰ ਤਿਆਰ ਕੀਤਾ ਔਰ ਤੁਹਾਡੇ ਕਹਿਣੇ ਦਾ ਮਤਲਬ ਹੈ ਕਿ ਆਮ ਜਿਹੜੇ ਬਾਕੀ ਸ਼ਹਿਰ ਹੈ, ਬਾਕੀ ਸ਼ਹਿਰਾਂ ਦੇ ਵਿੱਚ ਕਰਮਚਾਰੀਆਂ ਦੀਆਂ ਤਨਖਾਹਾਂ ਵੱਧ ਗਈਆਂ ਨੇ, ਜੋ ਵੱਧ ਕੇ ਮਿਲ ਰਹੀਆਂ ਨੇ ਉਹਨਾਂ ਨੂੰ, ਅਤੇ ਆਪਣੇ ਨਗਰ ਕੌਂਸਲ ਖਰੜ ਦੇ ਜਿਹੜੇ ਕਰਮਚਾਰੀ ਆ, ਇਹਨਾਂ ਨੂੰ ਤਨਖਾਹ ਉਹ ਜਿਹੜੇ ਵਧੇ ਹੋਏ ਪੈਸੇ ਉਹ ਮਿਲ ਨਹੀਂ ਰਹੇ। ਅਸੀਂ ਤਕਰੀਬਨ ਸਾਰੀਆਂ ਕਮੇਟੀਆਂ ਦੇ ਜਿਹੜੇ ਪ੍ਰੂਫ ਹੈ, ਉਹ ਕਰਮਚਾਰੀਆਂ ਦੀਆਂ ਪਾਸਬੁੱਕਾਂ ਦੀਆਂ ਫੋਟੋ ਕਾਪੀਆਂ ਵੀ ਅਸੀਂ ਨਾਲ ਲਗਾਈਆਂ ਔਰ ਸਰਕਾਰ ਵੱਲੋਂ ਜਾਰੀ ਪੱਤਰ ਵੀ ਨਾਲ ਲਗਾਇਆ ਕਿ ਔਰ ਬੇਨਤੀ ਕਰੀ ਆ ਈਓ ਸਾਹਿਬ ਨੂੰ ਜਾ ਕੇ, ਔਰ ਆਪਣੇ ਹਲਕੇ ਦੇ ਜਿਹੜੇ MLA ਔਰ ਮੌਜੂਦਾ ਜਿਹੜੇ ਸਾਡੇ ਲੇਬਰ ਮਿਨਿਸਟਰ ਹੈ ਮੈਡਮ ਅਨਮੋਲ ਗਗਨ ਮਾਨ ਜੀ, ਉਹਨਾਂ ਦੇ ਦਫ਼ਤਰ ਦੇ ਵਿੱਚ ਜਾ ਕੇ ਅਸੀਂ ਮੰਗ ਪੱਤਰ ਦਿੱਤਾ। ਇਸੀ ਤਰ੍ਹਾਂ ਦਾ ਦੇ ਕੇ ਆਏ ਹਾਂ, ਸੈਕਟਰੀ ਲੋਕਲ ਬਾਡੀ ਨੂੰ ਦੇ ਕੇ ਆਏ ਹਾਂ, ਔਰ ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਹੈ ਕਿ ਇਹ ਜਿਹੜਾ ਬਹੁਤ ਘੱਟ ਤਨਖਾਹ ਹੈ, 7-8 ਹਜ਼ਾਰ ਰੁਪਈਆ, 8 ਹਜ਼ਾਰ ਰੁਪਇਆ ਤਨਖਾਹ, ਉਹਦੇ ਨਾਲ ਅੱਜ ਦੇ ਟਾਈਮ 'ਚ ਗੁਜ਼ਾਰਾ ਨਹੀਂ ਹੁੰਦਾ। ਚਲੋ ਸਰਕਾਰ ਨੇ ਜੇ ਕੁਛ ਉਹਨਾਂ ਨੂੰ ਰਾਇਤ ਦੇਣੇ ਦੀ ਕੋਸ਼ਿਸ਼ ਕਰੀ ਹੈ, 700-800 ਰੁਪਈਆ, ਅਸੀਂ ਕਹਿੰਦੇ ਵੀ ਕਮ ਤੇ ਕਮ ਉਹ ਤਾਂ ਵਧਾ ਦਿਓ, ਜਿਹੜਾ ਉਹਨਾਂ ਦਾ ਸਾਲ 1.5 ਸਾਲ ਦਾ ਬਕਾਇਆ ਹੈ ਉਹ ਵੀ ਦੇ ਦਿਓ। ਇਹ ਜਿਹੜਾ ਕੰਮ ਹੋ ਰਿਹਾ ਸੀ, ਇਹ ਸਾਡੇ ਸੰਜੇ ਕੁਮਾਰ ਜੀ ਹੈ, ਇਹਨਾਂ ਨੇ ਬੜਾ ਬੀੜਾ ਚੱਕਿਆ ਇਸ ਚੀਜ਼ ਦਾ, ਬੜਾ ਬੰਦਿਆਂ ਨੂੰ ਮਿਲੇ, ਉਹਨਾਂ ਨੇ ਜਾ ਕੇ ਇਹਨਾਂ ਨੂੰ ਵੀ ਪ੍ਰੋਬਲਮਾਂ ਦੱਸੀਆਂ। ਅਸੀਂ ਸੋਚਿਆ, ਮੈਂ ਸਾਬਕਾ ਪ੍ਰਧਾਨ ਹੋਣੇ ਦੇ ਨਾਤੇ ਮੈਂ ਸੋਚਿਆ ਕਿ ਚਲੋ ਇੱਕ ਬੰਦਾ ਵਿਚਾਰਾ ਆਪਣੀ ਕੌਮ ਵਾਸਤੇ ਇੰਨਾ ਕੁਝ ਦੌੜ ਭੱਜ ਕਰ ਰਿਹਾ ਹੈ, ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਹਦੇ ਨਾਲ ਮੋਢਾ ਲਾ ਕੇ ਇਹ ਮਸਲੇ ਨੂੰ ਹੱਲ ਕਰਾਈਏ। ਔਰ ਸਾਡੀ ਪੁਰਜ਼ੋਰ ਬੇਨਤੀ ਹੈ ਕਾਰਜਸਾਧਕ ਅਫਸਰ ਨਗਰ ਕੌਂਸਲ ਖਰੜ ਔਰ ਪ੍ਰਧਾਨ ਜੀ ਨਗਰ ਕੌਂਸਲ ਖਰੜ ਔਰ ਸਾਡੇ ਬੜੇ ਹੀ ਸਤਿਕਾਰਯੋਗ ਮੰਤਰੀ ਜੀ ਮੈਡਮ ਅਨਮੋਲ ਗਗਨ ਮਾਨ ਜੀ ਨੂੰ, ਉਹਨਾਂ ਨੂੰ ਬਹੁਤ ਪੁਰਜ਼ੋਰ ਬੇਨਤੀ ਹੈ ਕਿ ਇਹ ਕਰਮਚਾਰੀ ਜਿਹੜੇ ਕਿ ਇਸ ਨਗਰ ਕੌਂਸਲ ਦੀ ਰੀੜ੍ਹ ਦੀ ਹੱਡੀ ਹੈ, ਅੱਜ ਬਰਸਾਤ ਦੇ ਟਾਈਮ ਦੇ ਵਿੱਚ ਇਹ ਲੱਖ ਤੱਕ ਪਾਣੀ ਦੇ ਵਿੱਚ ਕੰਮ ਕਰ ਰਹੇ ਆ। ਅਗਰ ਅਸੀਂ ਇਹਨਾਂ ਦੀਆਂ ਛੋਟੀਆਂ ਪ੍ਰੋਬਲਮਾਂ ਹੱਲ ਕਰੂੰਗੇ ਤਾਂ ਬੜਾ ਇਹਨਾਂ ਵੱਲੋਂ ਸਾਨੂੰ ਇੱਕ ਆਸ਼ੀਰਵਾਦ ਵੀ ਪ੍ਰਾਪਤ ਹੋਊਗਾ। ਸਭ ਤੋਂ ਘੱਟ ਤਨਖਾਹ ਦੇ ਵਿੱਚ ਸਭ ਤੋਂ ਔਖਾ ਕੰਮ ਕਰਨ ਵਾਲੇ ਇਹ ਕਰਮਚਾਰੀ ਹੈ। ਹੁਣ ਅਸੀਂ ਕਹਿੰਦੇ ਹਾਂ ਵੀ ਕਿਸੇ ਤਰ੍ਹਾਂ ਦਾ ਵੀ ਸ਼ੋਸ਼ਣ ਜਿਹੜਾ ਹੈਗਾ, ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਹਦਾਇਤਾਂ ਜਾਰੀ ਅਫਸਰਾਂ ਨੂੰ ਕੀਤੀਆਂ ਹੋਈਆਂ ਵੀ ਲੋਕਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਹੋਣੇ ਚਾਹੀਦੇ ਹੈ, ਬਿਨਾਂ ਰਿਸ਼ਵਤ 'ਤੇ ਹੋਣੇ ਚਾਹੀਦੇ ਹੈ, ਔਰ ਕਿਸੇ ਵੀ ਕਰਮਚਾਰੀ ਦੇ ਨਾਲ ਕੋਈ ਵੀ ਸ਼ੋਸ਼ਣ ਨਹੀਂ ਹੋਣਾ ਚਾਹੀਦਾ। ਉਹਨਾਂ ਦਾ ਜੋ ਬਣਦਾ ਮਾਣ ਸਤਿਕਾਰ ਹੈ ਉਹਨਾਂ ਨੂੰ ਮਿਲਣਾ ਚਾਹੀਦਾ। ਇਸੀ ਸੰਬੰਧ ਦੇ ਵਿੱਚ ਅਸੀਂ ਅੱਜ ਮੰਤਰੀ ਸਾਹਿਬਾਨਾਂ ਨੂੰ ਆਪਣੇ ਮੰਗ ਪੱਤਰ ਦਿੱਤੇ ਹੈ। ਨਗਰ ਕੌਂਸਲ ਦਫ਼ਤਰ ਦੇ ਵਿੱਚ ਈਓ ਸਾਹਿਬ ਹੈ ਨਹੀਂ ਥੇ, ਉਹਦੇ ਕਾਰਨ ਅਸੀਂ ਸੁਪਰੀਡੈਂਟ ਸਾਹਿਬ ਨੂੰ ਇਹ ਮੰਗ ਪੱਤਰ ਮਾਰਕ ਕਰਾਇਆ, ਉੱਥੇ ਨੰਬਰ ਲਵਾ ਕੇ ਦੇ ਕੇ ਆਏ ਹਾਂ। ਸੋ ਸਾਡੀ ਇਹਨਾਂ ਨੂੰ ਪੁਰਜ਼ੋਰ ਬੇਨਤੀ ਹੈ ਕਿ ਇਹ ਜਿਹੜਾ ਪੱਤਰ ਹੈ ਇਹ ਜਲਦੀ ਤੋਂ ਜਲਦੀ ਲਾਗੂ ਕਰਕੇ ਇਹ ਜਿਹੜੀ ਇਸ ਮਹੀਨੇ ਦੀ ਤਨਖਾਹ ਹੈ
ਅਗਲੇ ਮਹੀਨੇ ਮਿਲਣੀ ਆ, ਉਹ ਤਨਖਾਹ ਦੇ ਨਾਲ ਇਹ ਬਕਾਇਆ ਵੀ ਦਿੱਤਾ ਜਾਵੇ ਔਰ ਇਹ ਵਧੀ ਹੋਈ ਤਨਖਾਹ ਵੀ ਦਿੱਤੀ ਜਾਵੇ। ਇੱਕ ਗੱਲ ਮੈਂ ਥੋੜ੍ਹੀ ਜਿਹੀ ਹੋਰ ਇਹਦੇ 'ਚ ਜੋੜਨੀ ਚਾਹੁੰਦਾ ਹੈ ਕਿ ਕਰਮਚਾਰੀਆਂ ਦੇ ਵਿੱਚ ਅਸੀਂ ਦੇਖਿਆ ਹੈ ਕਿ ਇੱਕ ਖੌਫ ਦਾ ਮਾਹੌਲ ਜਾਏ, ਪਤਾ ਨਹੀਂ ਸਾਨੂੰ ਵੀ ਉਹਨਾਂ ਨੂੰ ਕੌਣ ਡਰਾਉਂਦਾ ਹੈ, ਕੌਣ ਹੈ ਜਿਹੜੇ ਆਪਣੀ ਗੱਲ ਕਰਨ ਤੋਂ ਝਿਜਕਦੇ। ਅਸੀਂ ਉਹ ਕਰਮਚਾਰੀਆਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਉਹ ਕਿਸੇ ਤਰ੍ਹਾਂ ਦੇ ਵੀ ਕਿਸੇ ਡਰ ਦੇ ਮਾਹੌਲ 'ਚ ਨਹੀਂ ਉਹਨਾਂ ਨੇ ਕੰਮ ਕਰਨਾ, ਕਿਸੇ ਤੋਂ ਡਰਨ ਦੀ ਲੋੜ ਨਹੀਂ। ਤੁਸੀਂ ਆਪਣਾ ਕੰਮ ਇਮਾਨਦਾਰੀ ਨਾਲ ਕਰੋ, ਆਪਣਾ ਟਾਈਮ ਸਿਰ ਡਿਊਟੀ 'ਤੇ ਆਓ, ਟਾਈਮ ਸਿਰ ਡਿਊਟੀ ਤੋਂ ਜਾਓ। ਅਗਰ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਕਰਦਾ ਹੈ, ਧਮਕਾਉਣੇ ਦੀ ਕੋਸ਼ਿਸ਼ ਕਰਦਾ ਹੈ, ਤਾਂ ਤੁਸੀਂ ਸਾਨੂੰ ਆ ਕੇ ਮਿਲੋ। ਅਸੀਂ ਤੁਹਾਡੀ ਆਵਾਜ਼ ਜਿਹੜੀ ਹੈਗੀ ਹੈ ਸਰਕਾਰ ਤੱਕ ਪਹੁੰਚਾਉਂਗੇ ਔਰ ਅਸੀਂ ਕੋਈ ਵੀ ਕਿਸੇ ਕਿਸਮ ਦਾ ਕਿਸੇ ਵੀ ਮੁਲਾਜ਼ਮ ਦੇ ਨਾਲ ਕੋਈ ਧੱਕਾ ਨਹੀਂ ਹੋਣ ਦਊਂਗੇ। ਇਹ ਸਾਡੀ ਸਾਰੇ ਮੁਲਾਜ਼ਮਾਂ ਨੂੰ ਬੇਨਤੀ ਹੈ ਕਿ ਅਗਰ ਕੋਈ ਵੀ ਕਿਸੇ ਕਿਸਮ ਦਾ ਤੁਹਾਨੂੰ ਨੌਕਰੀ ਦੌਰਾਨ ਕੋਈ ਦਿੱਕਤ ਪੇਸ਼ ਆਉਂਦੀ ਹੈ, ਕੋਈ ਤੁਹਾਨੂੰ ਪਰੇਸ਼ਾਨ ਕਰਦਾ ਹੈ, ਉਹ ਸਾਨੂੰ ਆ ਕੇ ਦੱਸੋ। ਪਰ ਸ਼ਰਤ ਇਹ ਹੈ ਕਿ ਆਪਣੀ ਡਿਊਟੀ ਜਿਹੜੀ ਹੈਗੀ ਹੈ ਤੁਸੀਂ ਬਹੁਤ ਇਮਾਨਦਾਰੀ ਨਾਲ ਕਰੋ ਔਰ ਟਾਈਮ ਸਿਰ ਡਿਊਟੀ 'ਤੇ ਆਓ, ਟਾਈਮ ਸਿਰ ਡਿਊਟੀ ਤੋਂ ਜਾਓ, ਤਾਂ ਕਿ ਅਸੀਂ ਵੀ ਅੱਗੇ ਪ੍ਰਸ਼ਾਸਨ ਨੂੰ ਤੁਹਾਡੀ ਗੱਲ ਜ਼ੋਰ ਸ਼ੋਰ ਨਾਲ ਕਰ ਸਕੀਏ। ਧੰਨਵਾਦ। ਤੁਸੀਂ ਸੁਣਿਆ ਕਿ ਪ੍ਰਦੀਪ ਜੀ ਨੇ ਕਰਮਚਾਰੀਆਂ ਲਈ ਕਿੰਨੀ ਵਧੀਆ ਗੱਲਾਂ ਕੀਤੀਆਂ ਨੇ ਅਤੇ ਉਹ ਕਰਮਚਾਰੀਆਂ ਦੇ ਹਮੇਸ਼ਾ ਨਾਲ ਖੜ੍ਹੇ ਨੇ। ਅਤੇ ਸਾਡੇ ਨਾਲ ਹੁਣ ਕਰਮਚਾਰੀ ਯੂਨੀਅਨ ਦੇ ਸੰਜੇ ਜੀ ਸਾਡੇ ਨਾਲ ਨੇ। ਆਪਾਂ ਸੰਜੇ ਜੀ ਨਾਲ ਗੱਲ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਇਸ ਬਾਰੇ। ਹਾਂਜੀ ਸੰਜੇ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਹਾਂਜੀ, ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਹਲਚਲ ਟੀਵੀ ਦਾ ਧੰਨਵਾਦ। ਮੈਂ ਤਾਂ ਆਪਣੀ ਕੌਮ ਪਿੱਛੇ ਮਰਨੇ ਮਿਟਣੇ ਨੂੰ ਤਿਆਰ ਹੈ ਜੀ। ਮੈਂ ਤਾਂ ਜੋ ਵੀ ਇਹਨਾਂ ਕੋਲ ਧੱਕਾ ਹੋ ਰਿਹਾ ਇਹਨਾਂ ਨਾਲ ਨਹੀਂ ਹੋ ਰਿਹਾ, ਮੇਰੇ ਭਾਈਚਾਰੇ ਨਾਲ ਹੋ ਰਿਹਾ ਜੀ। ਮੇਰੀ 36,000 ਰੁਪਏ ਤਨਖਾਹ ਹੋਣ ਦੇ ਬਾਵਜੂਦ ਮੇਰਾ ਗੁਜ਼ਾਰਾ ਨਹੀਂ ਹੋ ਰਿਹਾ, ਇਹਨਾਂ ਦਾ 7-8 ਹਜ਼ਾਰ 'ਚ ਕਿੱਥੇ ਹੋ ਰਿਹਾ ਗਰੀਬਾਂ ਦਾ। ਇਹਨਾਂ ਪਿੱਛੇ ਮੈਂ ਆਪਣੀ ਜਾਨ ਵਾਰ ਦੂੰਗਾ ਜੀ। ਨਗਰ ਕੌਂਸਲ ਦੇ ਕਰਮਚਾਰੀ ਆ, ਉਹਨਾਂ ਨਾਲ ਕਿੰਨਾ ਸ਼ੋਸ਼ਣ ਹੋ ਰਿਹਾ ਹੈ ਅਤੇ ਹੁਣ ਦੇਖਣਾ ਇਹ ਹੈ ਕਿ ਭਗਵੰਤ ਮਾਨ ਸਰਕਾਰ ਇਹਨਾਂ ਲਈ ਕੀ ਕੁਝ ਕਰਦੀ ਹੈ। ਕਿ ਇਹਨਾਂ ਦੀ ਹੈਲਪ ਕਰਨ ਲਈ ਆਪਣੇ ਅਨਮੋਲ ਗਗਨ ਮਾਨ ਮੈਡਮ ਅੱਗੇ ਆਉਣਗੇ ਕਿ ਕੋਈ ਹੋਰ ਨਗਰ ਕੌਂਸਲ ਦਾ ਅਧਿਕਾਰੀ ਇਹਨਾਂ ਦੀ ਹੈਲਪ ਕਰੇਗਾ। ਇਹ ਆਪਾਂ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ। ਪੰਜਾਬ ਹਲਚਲ ਨਿਊਜ਼ ਲਈ ਖਰੜ ਤੋਂ ਸ਼ਮਿੰਦਰ ਸਿੰਘ।